ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮਾਨਸਾ ਤੋਂ, ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵੱਡੀ ਸਿਆਸੀ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਪਾਰਟੀ ਦੇ ਵਿੱਚ ਨਵੇਂ ਸ਼ਾਮਲ ਹੋਏ ਗਾਇਕ ਸਿੱਧੂ ਮੂਸੇਵਾਲਾ ਵੀ ਮੌਜੂਦ ਸਨ ਤੇ ਰਾਜਾ ਵੜਿੰਗ ਕੈਬਨਿਟ ਮੰਤਰੀ ਵੀ ਇਸ ਮੌਕੇ ਮੌਜੂਦ ਸਨ। ਇਸ ਮੌਕੇ ਮਾਨਸਾ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਈ ਵਿਕਾਸ ਕੰਮਾਂ ਦਾ ਉਦਘਾਟਨ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਸਿਆਸੀ ਨਿਸ਼ਾਨਾ ਕੱਸਿਆ ਤੇ ਸਿਆਸੀ ਤੌਰ ਤੇ ਉਹਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਹੁਣ ਖਤਮ ਹੋ ਚੁੱਕੀਆਂ ਨੇ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਦੇ ਵਿੱਚ ਆਧਾਰ ਖਤਮ ਹੋ ਚੁੱਕਾ ਹੈ ਤੇ 2022 ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਬਹੁਮਤ ਦੇ ਨਾਲ ਸਰਕਾਰ ਬਣਾਏਗੀ। बंदे माड़े है, क्रांतिकारी नहीं है, लुटेरे वही बेचारे मास्टर लगे हुए बलदेव सिंह बच्चों को पढ़ाने की जगह पर अपना घर पाल रहे थे। अब बेरोजगार करते हैं, एमएलए बने, इन्होंने भी देखा यार क्रांति आ गई पंजाब दे विच। जिस तरह पंजाब का नौजवान 8 रुपया थी, एनआरआई 8 रुपए जब देखा थक गए, सारे वापस मुड़ गए। ये भी मुड़ के आ गए ਤੇ ਅੱਜ ਫੇਰ ਪੰਜਾਬ ਦੇ ਵਿੱਚ ਆਉਣ ਨੂੰ ਫਿਰਦੇ ਆ। ਮੈਂ ਉਹਨਾਂ ਨੂੰ ਕਿਹਾ ਯਾਰ ਗੱਲ ਸੁਣੋ, ਪੰਜਾਬ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਏ ਸੀ, ਚਿੱਟੇ ਰੰਗ ਦੇ ਅੰਗਰੇਜ਼, ਉਹ ਇੱਥੇ ਆ ਕੇ ਰਾਜ ਕਰਕੇ ਸਾਨੂੰ ਲੁੱਟ ਕੇ ਲੈ ਗਏ। ਤੁਸੀਂ ਕੋਈ ਯੂਪੀ ਦਾ, ਕੋਈ ਬਿਹਾਰ ਦਾ, ਕੋਈ ਦਿੱਲੀ ਦਾ, ਹੁਣ ਤੁਸੀਂ ਇੱਥੇ ਕਾਲੇ ਅੰਗਰੇਜ਼ ਆ ਕੇ ਲੁੱਟਣ ਨੂੰ ਆਏ। ਮੈਨੂੰ ਕੇਜਰੀਵਾਲ ਕਹਿੰਦਾ ਜੀ ਮੈਨੂੰ ਕਾਲਾ ਕਿਹਾ ਨੇ। ਮੈਂ ਕਿਹਾ ਯਾਰ ਕਾਲੇ ਦਾ ਮਤਲਬ ਹੈ ਤੁਸੀਂ ਕਾਲੇ ਅੰਗਰੇਜ਼ ਆਏ ਹੋ, ਜਿਸ ਤਰ੍ਹਾਂ ਅੰਗਰੇਜ਼ ਲੁੱਟਣ ਆਏ ਤੇ ਉਸ ਤਰ੍ਹਾਂ ਤੁਸੀਂ ਬਾਹਰ ਤੇ ਆਏ ਹੋ। ਜੇ ਤੂੰ ਕਹਿੰਦਾ ਮੈਂ ਤੁਹਾਨੂੰ ਚਿੱਟਾ ਕਹਿੰਦੇ ਕਰੂੰਗਾ ਯਾਰ, ਮੇਰਾ ਕਿਆ ਫਰਕ ਪੈਂਦਾ ਹੈ, ਤਾਂ ਅੰਗਰੇਜ਼ ਆ ਨੂੰ ਲੁੱਟਣ ਆਏ ਹੋ ਤੇ ਸੂਬੇ ਨੂੰ। ਮਾਨਸਾ ਕੱਲਾ ਮੇਰਾ ਨਹੀਂ, ਕੱਲਾ ਤੁਹਾਡਾ ਨਹੀਂ, ਨਾ ਕਿਸੇ ਹੋਰ ਦਾ, ਸਾਡੇ ਸਾਰਿਆਂ ਦਾ ਮਾਨਸਾ। ਅਸੀਂ ਸਾਰੇ ਇਸ ਧਰਤੀ ਨੇ ਸਾਨੂੰ ਇੰਨਾ ਕਾਬਲ ਕਰਿਆ कि आज सारे असीं इकट्ठे हुए हैं। समुची लीडरशिप आई है, सीएम चंनी साहब आए हैं। बस मैं एक बेनती करना चाहूँगा बागमती सारे सुधीवान 1992 का मानसा बनया कि 1992 तो बाद साड़ी एक त्रासदी है कि साड़ियाँ आकड़ा ने, साढ़े शरीके ने, साड़ियाँ आप च दिता खिंचण वाली आप ने सानू अगे नहीं बढ़न दिता। मैं कैप्टन अमरिंदर सिंह ਨੂੰ ਨਿੰਦਣਾ ਨਹੀਂ ਚਾਹੁੰਦਾ, ਨਾ ਮੈਂ ਮਾਲਾ ਕਹਿਣਾ ਚਾਹੁੰਦਾ। ਬੇਸ਼ੱਕ ਸਾਡੀ ਪਾਰਟੀ ਨੂੰ ਛੱਡ ਕੇ ਚਲੇ ਗਏ, ਮੈਂ ਨਿੰਦਣਾ ਨਹੀਂ ਚਾਹੁੰਦਾ, ਲੇਕਿਨ ਹਾਂ ਇੱਕ ਗੱਲ ਤੁਹਾਡੇ ਸਾਹਮਣੇ ਜ਼ਰੂਰ ਦੱਸਣੀ ਚਾਹੁੰਦਾ। ਕੈਪਟਨ ਅਮਰਿੰਦਰ ਸਿੰਘ ਜੀਰੇ ਕਰਕੇ ਉਹ ਜਥੇਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਹ ਜਥੇਬੰਦੀਆਂ ਜਿਹੜੀਆਂ ਧਰਨਾ ਲਾਈ ਬੈਠੀਆਂ, ਅੱਜ ਕਾਫੀ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ ਮਿਲ ਕੇ ਗਈਆਂ ਮੁੱਖ ਮੰਤਰੀ ਨੂੰ, ਪੁਲਿਸ ਨੇ ਬੁਲਾਈਆਂ ਸਾਰੇ, ਇੱਕ ਦੋ ਰਹਿ ਗਈਆਂ। ਸ਼ਹਿਰ ਵਿੱਚ ਵਿਚਾਰੇ ਵੀ ਕੋਈ ਬੈਠਾ ਹੋਵੇ, ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਜਿਹੜੀਆਂ ਦੋ ਜਥੇਬੰਦੀਆਂ ਰਹਿ ਗਈਆਂ ਮਗਰਲੇ ਪਾਸੇ ਆ ਜਾਓ, ਤੁਹਾਨੂੰ ਵੀ ਮਿਲਾ ਲਿਆਂਗੇ, ਤੁਹਾਨੂੰ ਵੀ ਵਧੀਆ ਕੰਮ ਕਰਾ ਲਾਂਗੇ। ਮੈਂ ਉਹਨਾਂ ਤੋਂ ਮਾਫੀ ਮੰਗਣੀ ਚਾਹੁੰਦਾ, ਮੈਂ ਮੇਰੀਆਂ ਮਾਵਾਂ ਤੋਂ ਮਾਫੀ ਮੰਗਣੀ ਚਾਹੁੰਦਾ, ਮੇਰੀਆਂ ਭੈਣਾਂ ਤੋਂ, ਗਰੀਬਾਂ ਤੋਂ, ਜ਼ਿਮੀਂਦਾਰਾਂ ਤੋਂ, ਕਿਸਾਨਾਂ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ। ਇੱਕ ਪਾਸੇ ਮੁੱਖ ਮੰਤਰੀ ਚੰਨੀ ਆਪਣੀਆਂ ਵੱਡੀਆਂ ਸਿਆਸੀ ਰੈਲੀਆਂ ਦੇ ਵਿੱਚ ਸਰਕਾਰ ਦੁਆਰਾ ਕੀਤੇ ਗਏ ਚੰਗੇ ਕੰਮਾਂ ਬਾਰੇ ਦੱਸਦੇ ਨੇ ਤੇ ਦੂਜੇ ਪਾਸੇ ਰੈਲੀਆਂ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਰਹੇ ਨੇ। ਮਾਨਸਾ ਵਿਖੇ ਵੀ ਪ੍ਰਦਰਸ਼ਨਕਾਰੀ ਅਧਿਆਪਕਾਂ ਦੁਆਰਾ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੁਲਿਸ ਦੇ ਨਾਲ ਅਧਿਆਪਕਾਂ ਦਾ ਟਾਕਰਾ ਵੀ ਹੋਇਆ ਤੇ ਪੁਲਿਸ ਨੇ ਕਈ ਅਧਿਆਪਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਪੁਲਿਸ ਨੂੰ ਲਾਠੀ ਚਾਰਜ ਦਾ ਇਸਤੇਮਾਲ ਵੀ ਕਰਨਾ ਪਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ਦੇ ਵਿੱਚ ਭਰਵਾਂ ਇਕੱਠ ਸੀ। ਦੂਜੇ ਪਾਸੇ ਮੁੱਖ ਮੰਤਰੀ ਤੋਂ ਆਪਣੀਆਂ ਮੰਗਾਂ ਲੈਣ ਦੇ ਲਈ ਅਧਿਆਪਕ ਵੀ ਪਹੁੰਚੇ ਸਨ। ਅਧਿਆਪਕਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਦੋਂ ਮੁੱਖ ਮੰਤਰੀ ਦੇ ਨਾਲ ਮਿਲਣ ਦੇ ਲਈ ਅਧਿਆਪਕ ਅੱਗੇ ਵਧੇ ਤਾਂ ਪੁਲਿਸ ਦੇ ਵਿਰੋਧ ਦਾ ਸਾਹਮਣਾ ਅਧਿਆਪਕਾਂ ਨੂੰ ਕਰਨਾ ਪਿਆ।
ਅਧਿਆਪਕ ਪਿੱਛੇ ਨਹੀਂ ਮੁੜੇ ਤਾਂ ਪੁਲਿਸ ਨੇ ਅਧਿਆਪਕਾਂ ਤੇ ਡਾਂਗਾਂ ਵੀ ਭਰਾਈਆਂ। ਕੁਝ ਅਧਿਆਪਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਪੁਲਿਸ ਦੇ ਨਾਲ ਜ਼ਬਰਦਸਤ ਟਕਰਾਅ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇਸ ਖਬਰ ਤੇ ਗੱਲਬਾਤ ਕਰ ਲੈਂਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦੇ ਨਾਲ। ਡੱਲਾ ਜੀ, ਕਿਵੇਂ ਦੇਖਦੇ ਹੋ ਅੱਜ ਇੱਕ ਪਾਸੇ ਮੁੱਖ ਮੰਤਰੀ ਆਮ ਆਦਮੀ ਦਾ ਮੁੱਖ ਮੰਤਰੀ ਹੋਣ ਦਾ ਦਾਅਵਾ ਕਰਦੇ ਨੇ, ਦੂਜੇ ਪਾਸੇ ਆਮ ਆਦਮੀ ਜੋ ਰੁਜ਼ਗਾਰ ਮੰਗ ਰਿਹਾ ਹੈ ਉਸ ਤੇ ਡਾਂਗਾਂ ਭਰਾਈਆਂ ਜਾਂਦੀਆਂ ਨੇ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਚਰਨਜੀਤ ਚੰਨੀ ਹੋਣਾ ਦਾ ਕਾਰਜਕਾਲ ਇੱਕ ਚੰਗੇ ਕਾਰਜਕਾਲ ਤੌਰ ਤੇ ਸ਼ੁਰੂ ਹੋਇਆ ਸੀ। ਜਦੋਂ ਚਰਨਜੀਤ ਚੰਨੀ ਹੋਣਾ ਨੇ ਸਧਾਰਨ ਗੱਲਾਂ ਕੀਤੀਆਂ, ਗੱਲ ਜਚੀ। ਪਰ ਜਦੋਂ ਆ ਪਿਛਲੇ ਕੁਝ ਦਿਨਾਂ ਤੋਂ ਜੋ ਸੋਸ਼ਲ ਮੀਡੀਆ ਤੇ ਵਾਪਰ ਰਿਹਾ, ਜੋ ਟ੍ਰੋਲਿੰਗ, ਜਿਹਨੂੰ ਅੱਜ ਕੱਲ੍ਹ ਸ਼ਬਦ ਟ੍ਰੋਲ ਕਹਿੰਦੇ ਹਨ, ਟ੍ਰੋਲ, ਤੇ ਜੋ ਅੱਜ ਕੱਲ੍ਹ ਮੈਂ ਪੰਜਾਬੀ 'ਚ ਕਹੂੰਗਾ ਆ ਪਿਛਲੇ ਦਿਨਾਂ 'ਚ ਜਿਹੜੀ ਪੁੱਠੀ ਗਿਣਤੀ ਸ਼ੁਰੂ ਹੋਈ ਹੈ ਨਾ, ਇਹ ਬਹੁਤੀ ਚੰਗੀ ਨਹੀਂ। ਚਰਨਜੀਤ ਚੰਨੀ ਹੋਣਾ ਨੂੰ ਇਹ ਸੋਚਣਾ ਚਾਹੀਦਾ ਸੀ, ਉਹ ਸਾਡੇ ਹੀ ਬੱਚੇ ਨੇ ਅਧਿਆਪਕ। ਨਵਜੋਤ ਸਿੰਘ ਸਿੱਧੂ ਨਾਲ ਕਿਉਂ ਨਹੀਂ ਵਿਰੋਧ ਕਰਦੇ? ਨਵਜੋਤ ਸਿੰਘ ਸਿੱਧੂ ਨੇ ਕਦੀ ਲਾਠੀ ਚਾਰਜ ਕਰਾਇਆ ਅਧਿਆਪਕਾਂ 'ਤੇ? ਉਹ ਨਿੱਜੀ ਤੌਰ 'ਤੇ ਮਨਾ ਕਰ ਦਿੰਦਾ ਅਫਸਰਾਂ ਨੂੰ ਵੀ ਨਹੀਂ। ਮੈਂ ਕਈ ਵਾਰੀ ਦੇਖਦਾ ਨਵਜੋਤ ਸਿੰਘ ਸਿੱਧੂ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਕਹਿ ਦਿੰਦੇ ਵੀ ਕਿਸੇ ਨੂੰ ਦਿੱਕਤ ਨਾ ਪੇਸ਼ ਆਵੇ। ਕਿਤੇ ਸਮਾਗਮ 'ਚ ਜਾਂਦੇ ਨੇ, ਕਿਤੇ ਐਗਜ਼ੀਬਿਸ਼ਨ 'ਚ ਜਾਂਦੇ ਨੇ, ਕਿਤੇ ਆਮ ਲੋਕਾਂ 'ਚ ਵਿਚਰਦੇ ਨੇ। ਫਰਕ ਹੈ। ਚਰਨਜੀਤ ਚੰਨੀ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਕਿ ਅਗਰ ਤੁਹਾਡੀ ਰੈਲੀ 'ਚ ਅਧਿਆਪਕ ਵਿਰੋਧ ਕਰਨ ਆਏ ਨੇ ਤੇ ਤੁਹਾਡਾ ਨਾਅਰਾ ਕੀ ਹੈ? ਚੰਨੀ ਸਾਹਿਬ, ਤੁਹਾਡਾ ਨਾਅਰਾ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਹੁਣ ਉਹ ਦਾਣੇ ਲੈਣ ਥੋੜ੍ਹੀ ਆਏ ਸੀ ਉੱਥੇ, ਉਹ ਛੋਲੇ ਲੈਣ ਥੋੜ੍ਹੀ ਆਏ ਸੀ, ਉਹ ਤਾਂ ਆਪਣਾ ਮਸਲਾ ਲੈ ਕੇ ਆਏ ਸੀ। ਨਾਲੇ ਉਹ ਪੱਕੇ ਮੁਲਾਜ਼ਮ ਨੇ, ਸਰਕਾਰਾਂ ਟੈਂਪਰੇਰੀ ਨੇ, ਮੁੱਖ ਮੰਤਰੀ ਟੈਂਪਰੇਰੀ ਹੁੰਦੇ, ਮੰਤਰੀ ਟੈਂਪਰੇਰੀ ਹੁੰਦੇ। 5 ਸਾਲ ਬਾਅਦ ਪਤਾ ਨਹੀਂ ਕਿਸੇ ਨੇ ਮੁੱਖ ਮੰਤਰੀ ਬਣਨਾ, ਕਿਸੇ ਨੇ ਨਹੀਂ, ਕਿਸੇ ਨੇ ਮੰਤਰੀ ਬਣਨਾ, ਕਿਸੇ ਨੇ ਨਹੀਂ। ਆ ਪੁਰਾਣੇ ਦੇਖ ਲਓ ਕਿੰਨੇ ਜਿਹੜੇ ਪਹਿਲਾਂ ਕਿਸੇ ਸਮੇਂ ਮੰਤਰੀ ਸੀ, ਅੱਜ ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਸਮੇਂ ਦੀ ਗੱਲ ਹੁੰਦੀ ਹੈ। ਪਰ ਅਧਿਆਪਕਾਂ ਨੇ ਤਾਂ ਪੂਰੀ ਜ਼ਿੰਦਗੀ ਆਪਣੀ ਸੇਵਾ ਕਾਲ 'ਚ ਦੇਣੀ ਹੈ। ਇਸ ਕਰਕੇ ਅਧਿਆਪਕਾਂ ਦਾ ਇਸ ਤਰ੍ਹਾਂ ਨਾਲ ਨਿਰਾਦਰ ਨਹੀਂ ਹੋਣਾ ਚਾਹੀਦਾ। ਉਹ ਭਾਵੇਂ ਚੰਨੀ ਨੇ, ਭਾਵੇਂ ਉਹ ਸੁਖਬੀਰ ਬਾਦਲ ਸੀ, ਭਾਵੇਂ ਕੇਜਰੀਵਾਲ ਨੇ, ਜਾਂ ਭਾਵੇਂ ਨਵਜੋਤ ਸਿੰਘ ਸਿੱਧੂ ਹੋਣ। ਸਿੱਧੂ ਨੂੰ ਤਾਂ ਚਲੋ ਕਦੀ ਮੁੱਖ ਮੰਤਰੀਸ਼ਿਪ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਪਰ ਅਧਿਆਪਕਾਂ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਨੂੰ ਮੈਂ ਦੇਖਦਾ ਕਈ ਵਾਰੀ ਜਗਦੀਸ਼ ਜੀ, ਉਹ ਆਪ ਅਧਿਆਪਕਾਂ 'ਚ, ਮੁਲਾਜ਼ਮਾਂ 'ਚ ਆਪ ਚਲੇ ਜਾਂਦੇ ਨੇ, ਉਹਨਾਂ ਨੂੰ ਪੁੱਛਦੇ ਨੇ ਕੀ ਦੁੱਖ ਤਕਲੀਫ ਹੈ ਤੇ ਯਥਾ ਸੰਭਵ ਕੋਸ਼ਿਸ਼ ਕਰਦੇ ਨੇ ਉਹਨੂੰ ਹੱਲ ਕਰੀਏ। ਪਰ ਹੱਲ ਸਰਕਾਰ ਨੇ ਕਰਨੇ ਆ। ਹੁਣ ਚਰਨਜੀਤ ਚੰਨੀ ਦਾ ਫਰਜ਼ ਸੀ, ਮੈਂ ਤਾਂ ਕਹਿੰਦਾ ਉਹ ਪੁਲਿਸ ਅਫਸਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਜਾਂ ਉਹਨਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਅੰਨਾ ਤਸ਼ੱਦਦ ਕੀਤਾ। ਇਹ ਪੁਲਿਸ ਦੀ ਟ੍ਰੇਨਿੰਗ ਵੀ ਦਰੁਸਤ ਕਰਨ ਦੀ ਲੋੜ ਹੈ। ਹੁਣ ਉਹ ਪੁਲਿਸ ਅਫਸਰ ਦੀ ਮਜਬੂਰੀ ਹੋ ਸਕਦੀ ਹੈ ਵੀ ਸਰਕਾਰ ਦੇ ਵੱਡੇ ਮੰਤਰੀਆਂ ਨੇ ਦਬਾਅ ਪਾਇਆ ਹੋਣਾ ਵੀ ਜਿਹੜਾ ਆਵੇ ਉਹਨੂੰ ਸੋਟੀ ਦਾ ਸੇਕ ਦੇ ਦਿਓ। ਇਹ ਕਿਉਂਕਿ ਕਈ ਵਾਰੀ ਨਾ ਜਿਹੜੀ ਸਿਆਸਤ ਹੈ, ਸਿਆਸਤ ਨੂੰ ਇਹ ਲੱਗਦਾ ਵੀ ਜੇ ਸਾਡਾ ਵਿਰੋਧ ਹੋ ਗਿਆ ਤੇ ਸਾਡੀ ਰੈਲੀ ਫੇਲ ਹੋ ਜਾਣੀ। ਪਰ ਰੈਲੀਆਂ ਦੀ ਭੀੜ ਸੱਤਾ ਦੀ ਕਾਮਯਾਬੀ ਦਾ ਸੂਚਕ ਨਹੀਂ ਹੁੰਦੀ। ਰੈਲੀਆਂ ਦੀ ਭੀੜ ਕਦੀ ਵੀ ਸੱਤਾ ਦੀ ਕਾਮਯਾਬੀ ਦਾ ਸੂਚਕ ਨਹੀਂ ਹੁੰਦੀ। ਅਗਰ ਅਜਿਹਾ ਹੁੰਦਾ ਤੇ ਅੱਜ ਵੀ ਸੁਖਬੀਰ ਬਾਦਲ ਮੁੱਖ ਮੰਤਰੀ ਹੁੰਦਾ। ਜਿੰਨਾ ਰਸ਼ ਅਕਾਲੀ ਦਲ ਦੀਆਂ ਰੈਲੀਆਂ 'ਚ ਹੁੰਦਾ ਹੈ ਜਾਂ ਪਿਛਲੀ ਵਾਰ ਸੀ, ਉਨੀਆਂ ਤਾਂ ਉਹਨਾਂ ਦੀਆਂ ਸੀਟਾਂ ਨਹੀਂ ਨਿਕਲੀਆਂ। ਇਸ ਕਰਕੇ ਰੈਲੀਆਂ ਦੀ ਭੀੜ ਨੂੰ ਭੁਲੇਖੇ 'ਚ ਨਹੀਂ ਪੈਣਾ ਚਾਹੀਦਾ ਵੀ ਰੈਲੀ ਦੀ ਭੀੜ ਦੇ ਨਾਲ ਸਾਡੀ ਸਰਕਾਰ ਦੁਬਾਰਾ ਬਣ ਜੂ। ਸਰਕਾਰ ਸੱਚ ਦੇ ਮਾਰਗ ਤੇ ਬਣਨੀ ਹੈ, ਕੀਤੇ ਵਾਅਦੇ ਪੂਰੇ ਕਰਕੇ ਬਣਨੀ ਹੈ। ਵਾਅਦੇ ਪੂਰੇ ਨਹੀਂ ਵੀ ਹੁੰਦੇ, ਕਿਸੇ ਵਿਅਕਤੀ ਵਿਸ਼ੇਸ਼ ਤੋਂ ਇਹ ਭਾਵਨਾ ਤਾਂ ਜਾਵੇ ਕਿ ਉਸ ਵਿਅਕਤੀ ਨੇ ਕੋਸ਼ਿਸ਼ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੀਡੀਐਸ ਵਿਪਿਨ ਰਾਵਤ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਆਪਣੇ ਫਰਜ਼ਾਂ ਨੂੰ ਤਨਦੇਹੀ ਦੇ ਨਾਲ ਨਿਭਾਇਆ ਅਤੇ ਸਿੱਧੂ ਨੇ ਹੈਲੀਕਾਪਟਰ ਹਾਦਸੇ ਦੇ ਵਿੱਚ ਮਾਰੇ ਗਏ ਸਾਰੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਹਮੇਸ਼ਾ ਦਿਲਾਂ ਦੇ ਵਿੱਚ ਕਾਇਮ ਰਹੇਗੀ ਤੇ ਫਰਜ਼ ਦੀ ਰਾਹ ਤੇ अपनी जान कुर्बान करने वालियां नूं ओ सिजदा करदे ने। बलिदान समय नहीं देखता, समय के माथे पे अंकित हो जाता है। दीपक खुद को जला के काला होके संसार का अंधकार खाता है। बीज मिट्टी में गल के खुद को मिटा के अनेकों की उत्पत्ति करता है। जब भी कोई अपने कर्तव्य पथ पे, अपने फर्ज पे डटा रह के देश के प्रति सर्वोच्च भावना जगाते हुए अपनी जान निसार कर जाता है, तो मुझे लगता है कि वो सदा सदा के लिए प्रेरणा का स्रोत बन जाता है। बिपिन रावत साहब और उनके साथ उनके 12 कलीग्स शहीद हुए हैं, हमारे दिल में सदा जीवित रहेंगे और एक अलख का दिया हमारे भीतर जलता रहेगा। कुर्बानी की भावना अलख जगाती रहेगी।
वंदे कहो कहो मातरम, बात है अपनी आन की, बात है अपनी शान की, जय भारत जय भारती, जय बोलो हिंदुस्तान की। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ 2 ਕੈਬਨਿਟ ਮੰਤਰੀਆਂ ਦੇ ਉੱਪਰ ਵੱਡੇ ਸਿਆਸੀ ਇਲਜ਼ਾਮ ਲਗਾਏ ਨੇ। ਮਜੀਠੀਆ ਨੇ ਕਿਹਾ ਹੈ ਕਿ ਕੈਬਨਿਟ ਮੀਟਿੰਗ ਦੇ ਵਿੱਚ ਇਹ 2 ਮੰਤਰੀ ਆਪਸ ਦੇ ਵਿੱਚ ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ ਲੜਾਈ ਝਗੜਾ ਇਹਨਾਂ ਮੰਤਰੀਆਂ ਨੇ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਨੇ ਦੂਸਰੇ ਕੈਬਨਿਟ ਮੰਤਰੀ ਦੇ ਉੱਪਰ ਪੈਸੇ ਦਾ ਲੈਣ ਦੇਣ ਕਰਕੇ ਪੁਲਿਸ ਅਫਸਰਾਂ ਦੀ ਨਿਯੁਕਤੀ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਕਾਰਵਾਈ ਨਾ ਕਰਨ ਤੇ ਮਜੀਠੀਆ ਨੇ ਮੁੱਖ ਮੰਤਰੀ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਨੇ। ਇੱਕ ਕੈਬਨਿਟ ਮਿਨਿਸਟਰ ਮਤਲਬ ਕਿ ਦ ਸੀਨੀਅਰ ਮੋਸਟ ਰੈਂਕਿੰਗ ਜਿਹੜੇ ਸਰਕਾਰ ਦੇ ਲੋਕ ਨੇ 18 ਬੰਦੇ ਨੇ, ਉਹ ਇੱਕ ਕੈਬਨਿਟ ਮਿਨਿਸਟਰ ਹੋਮ ਮਿਨਿਸਟਰ ਤੇ ਇਹ ਆਰੋਪ ਲਾ ਰਿਹਾ ਕਿ ਜਿਹੜੇ ਐਸਐਸਪੀਜ਼ ਐਸਪੀਜ਼ ਡੀਐਸਪੀਜ਼ ਇਸ ਬਾਰਡਰ ਸਟੇਟ ਤੇ ਲੱਗ ਰਹੇ ਉਹ ਪੈਸੇ ਦਾ ਲੈਣ ਦੇਣ ਹੋ ਰਿਹਾ ਹੈ, ਪੈਸੇ ਹੋਮ ਮਿਨਿਸਟਰ ਕੋਲ ਜਾ ਰਹੇ ਔਰ ਫਿਰ ਇਹ ਟ੍ਰਾਂਸਫਰਸ ਹੋ ਰਹੀਆਂ ਨੇ। ਇਹ ਐਲੀਗੇਸ਼ਨ ਕੋਈ ਸਧਾਰਨ ਬੰਦਾ ਲਾਉਂਦਾ, ਕੋਈ ਆਪੋਜੀਸ਼ਨ ਦਾ ਮੈਂਬਰ ਲਾਉਂਦਾ ਤੇ ਕਹਿੰਦੇ ਰਾਜਨੀਤੀ ਹੈ। ਭਾਵੇਂ ਹੁਣ ਵੀ ਇਹਨਾਂ ਨੇ ਰੰਗਤ ਇਹੀ ਦੇਣ ਦੀ ਕੋਸ਼ਿਸ਼ ਕਰਨੀ ਹੈ, ਮਗਰ ਮੈਂ ਮੀਡੀਆ ਨੂੰ ਤੁਹਾਨੂੰ, ਕਿਉਂਕਿ ਤੁਸੀਂ ਵੀ ਲੋਕਤੰਤਰ ਦਾ ਚੌਥਾ ਪਾਵਾ ਹੋ ਔਰ ਤੁਹਾਡੀ ਵੀ ਜ਼ਿੰਮੇਵਾਰੀਆਂ ਨੇ ਫॉर द ਸਿਕਿਉਰਿਟੀ ਐਂਡ ਸੇਫਟੀ ਆਫ ਆਰ ਸਿਟੀਜ਼ਨਸ, ਇਸ ਨੂੰ ਧਿਆਨ 'ਚ ਰੱਖਦਿਆਂ ਜੋ ਕੱਲ੍ਹ ਰੌਲਾ ਪਿਆ ਕੈਬਨਿਟ 'ਚ ਕਿ ਕਿਵੇਂ ਹੋਮ ਮਿਨਿਸਟਰ ਤੇ ਸਿੱਧੇ ਆਰੋਪ ਲੱਗੇ ਕਿ ਇਹਨੇ ਪੈਸੇ ਲੈ ਕੇ ਬਦਲੀਆਂ ਕੀਤੀਆਂ ਨੇ ਔਰ ਕਰੋੜਾਂ ਰੁਪਈਆ ਇੱਥੋਂ ਕੰਮ ਚੱਲਿਆ ਕਿ ਛੋਟੇ ਜ਼ਿਲ੍ਹੇ ਲਈ 2 ਤੋਂ 3 ਕਰੋੜ ਔਰ ਵੱਡੇ ਜ਼ਿਲ੍ਹਿਆਂ ਲਈ 5 ਕਰੋੜ ਤੱਕ ਦੀ ਆਵਾਜ਼ ਆਈ ਹੈ। ਔਰ ਇਹ ਗੱਲਾਂ ਪਹਿਲਾਂ ਵੀ ਆ ਰਹੀਆਂ ਸੀ ਜਦੋਂ ਕਈ ਸੀਪੀਜ਼ ਦੀ ਅਪਾਇੰਟਮੈਂਟਸ ਹੋਈਆਂ ਨੇ। ਔਰ ਆਈ ਡੋਂਟ ਨੀਡ ਟੂ ਟੈਲ ਕਿ ਇਹ ਐਲੀਗੇਸ਼ਨਸ ਕਿਹਨੇ ਲਾਈਆਂ ਸੀ। ਅੱਜ ਭਾਵੇਂ ਮੁੱਕਰਦੇ ਫਿਰਨ, ਮਗਰ ਇਹ ਐਲੀਗੇਸ਼ਨ ਰਾਣਾ ਗੁਰਜੀਤ ਨੇ ਸਿੱਧੇ ਲਾਈਆਂ ਹੋਮ ਮਿਨਿਸਟਰ ਸੁਖਜਿੰਦਰ ਰੰਧਾਵਾ ਨੇ, ਜਿਹ 'ਚ ਇਹ ਵੀ ਪਤਾ ਲੱਗਿਆ ਕਿ ਰੰਧਾਵਾ ਸਾਹਿਬ ਨੇ ਫਿਰ ਬੜਾ ਵੱਡਾ ਡਰਾਮਾ ਕੀਤਾ। ਉੱਥੇ ਕਹਿੰਦੇ ਕੁਰਸੀ ਵੀ ਟੁੱਟ ਗਈ, ਕਲਮ ਵੀ ਛਿੱਟਿਆ, ਬਹੁਤ ਡਰਾਮਾ ਕੀਤਾ, ਉੱਚੀਆਂ ਉੱਚੀਆਂ ਆਵਾਜ਼ਾਂ ਆਈਆਂ। ਔਰ ਤੁਸੀਂ ਚੀਫ ਮਿਨਿਸਟਰ ਸਾਹਿਬ ਦੀ ਅਨਾੜੀਪਨ ਕਹਿ ਲਓ, ਕਵਰ ਅਪ ਕਹਿ ਲਓ, ਮਤਲਬ ਗੱਲ ਨੂੰ ਕਿੱਡਾ ਬੇਸਮਝੀ ਕਹਿ ਲਓ ਕਿ ਕਹਿੰਦੇ। ਉਧਰ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਰਾਹ ਪੱਧਰਾ ਹੋਇਆ ਹੈ ਤੇ ਕੈਬਨਿਟ ਮੀਟਿੰਗ ਦੇ ਵਿੱਚ ਇਹ ਤਜਵੀਜ਼ ਪਾਸ ਕੀਤੀ ਗਈ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਹੋਰ ਤਜਵੀਜ਼ਾਂ ਤੇ ਅਗਲੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਨੇ ਜੋ ਪਾਣੀ ਦਾ ਬਿੱਲ 50 ਰੁਪਏ ਕਰਨ ਦਾ ਐਲਾਨ ਕੀਤਾ ਸੀ, ਉਸ ਐਲਾਨ ਦੇ ਉੱਪਰ ਵੀ ਕੈਬਨਿਟ ਦੀ ਮੋਹਰ ਲਗਾਈ ਗਈ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਤੇ ਵੀ ਕੈਬਨਿਟ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਤੇ ਅਗਲੀ ਮੀਟਿੰਗ ਦੇ ਵਿੱਚ ਇਹ ਮਸਲਾ ਵੀ ਹੱਲ ਹੋ ਜਾਵੇਗਾ। ਅੱਜ ਕਾਫੀ ਜਿਹੜੇ ਫੈਸਲੇ ਸੀਗੇ 5 ਫੈਸਲਿਆਂ ਦੇ ਉੱਤੇ ਕਾਫੀ ਜਿਹੜੇ ਫੈਸਲੇ ਲਏ ਗਏ ਮੁੱਦੇ ਸਨ। ਉਹਨਾਂ ਵਿੱਚੋਂ 2 ਬੜੇ ਅਹਿਮ ਮੁੱਦੇ ਸਨ। ਜਿਹੜਾ ਕਿ ਲੋਕਲ ਬਾਡੀਜ਼ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਹੈ ਉਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਤਜਵੀਜ਼ ਸੀ ਉਹ ਅੱਜ ਪਾਸ ਹੋ ਗਈ ਹੈ। ਕੈਬਨਿਟ ਮੈਮੋ ਆਇਆ ਸੀ, ਉਹਦੇ ਵਿੱਚ ਫੈਸਲਾ ਲੈ ਲਿਆ ਗਿਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਪੱਕੇ ਕਰ ਦਿੱਤਾ ਗਿਆ। ਨਾਟ ਜਲਦ ਤੋਂ ਜਲਦ, ਪੱਕੇ ਕਰ ਦਿੱਤਾ ਗਿਆ। ਉਹਨਾਂ ਦੇ ਨਾਲ ਇਹ ਵੀ ਲੋਕਾਂ ਨੇ ਮੰਗ ਉਠਾਈ ਕਿ ਜਿਹੜੇ ਮਾਲੀਜ਼ ਤੇ ਡਰਾਈਵਰਸ ਵੀ ਹੈਗੇ ਆ, ਜਿਹੜੀਆਂ ਸੈਂਕਸ਼ਨ ਪੋਸਟ ਦੇ ਅਧੀਨ ਹੈ, ਉਹਨਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇ। ਤਾਂ ਉਹ ਵੀ ਸਰਕਾਰ ਨੇ ਮੰਗ ਮੰਨ ਲਈ ਗਿਆ। ਦੂਸਰਾ ਜਿਹੜਾ ਖਰਾਬਾ ਸੀਗਾ, ਜਿਹੜਾ ਅਹਿਮ ਮੰਗ ਸੀ ਕਿਸਾਨ ਭਰਾਵਾਂ ਦੀ ਕਿ ਉਹ 12,000 ਰੁਪਇਆ ਅਸੀਂ ਪ੍ਰਤੀ ਏਕੜ ਦੀ ਜਿਹੜੀ ਗੱਲ ਕੀਤੀ ਸੀ, ਲੇਕਿਨ ਉਹ ਸਰਕਾਰ ਨੇ ਵਧਾ ਕੇ 17,000 ਰੁਪਇਆ ਦੀ ਮੰਗ ਮੰਨ ਲਈ ਹੈ। ਹੁਣ ਜਿਨ੍ਹਾਂ ਦੀਆਂ ਫਸਲਾਂ 100% ਖਰਾਬ ਹੋਈਆਂ ਉਹਨਾਂ ਨੂੰ 17,000 ਪ੍ਰਤੀ ਏਕੜ ਕਾਟਨ ਦਾ ਮਿਲੇਗਾ। ਸੋ ਇਹ ਤਮਾਮ ਜਿਹੜੀਆਂ ਕੈਬਨਿਟ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ। ਅਗਲੀ ਮੀਟਿੰਗ ਵੀ ਮੇਰੇ ਖਿਆਲ ਮੰਡੇ ਟਿਊਜ਼ਡੇ ਨੂੰ ਰੱਖੀ ਗਈ ਹੈ। ਸੋ ਤਮਾਮ ਜਿਹੜੀਆਂ ਅਨਾਉਂਸਮੈਂਟਸ ਹੋਈਆਂ ਅੱਜ ਉਹ ਵਾਟਰ ਵਰਕਸ ਵਾਲੇ ਜਿਹੜਾ 50 ਰੁਪਏ ਬਿੱਲ ਦਾ ਸੀਗਾ, ਉਸ ਤੋਂ ਪਹਿਲਾਂ ਤੇ ਜਿਹੜੀਆਂ ਵਾਟਰ ਵਰਕਸ ਦੇ ਬਿਜਲੀ ਦੇ ਬਿੱਲ ਸਨ ਉਹਨਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਕਿ ਸਰਕਾਰ ਤਮਾਮ ਜਿਹੜੇ ਉਹ ਬਿਜਲੀ ਦੇ ਬਿੱਲ ਸਨ ਉਹਨਾਂ ਵਾਟਰ ਵਰਕਸ ਦੇ ਪੁਰਾਣੇ ਏਰੀਆਜ਼ ਉਹ ਵੀ ਪੂਰਤੀ ਕਰੇਗੀ।
ਚਲੋ ਹਿੰਦੀ ਚ ਕਰ ਸਰ ਜਿਹੜੀ ਅਗਲੀ ਕੈਬਨਿਟ ਹੋਏਗੀ ਉਹਦੇ ਵਿੱਚ ਕਿਹੜੇ ਮੁੱਦਿਆਂ ਦੇ ਉੱਪਰ, ਕਿਸੇ ਸਭ ਤੋਂ ਜ਼ਿਆਦਾ ਜਿਹੜੇ ਮੁੱਦੇ ਯਾਰ, ਇਸ ਸਮੇਂ ਉੱਪਰ ਨਾ ਕਿ ਰੱਖੋ ਨਾ ਪੰਜਾਬ ਦੇ ਮਾਈਕ। ਵਿੱਚ ਟੀਚਰਸ ਦਾ ਮਸਲਾ ਹੈ, ਲਗਾਤਾਰ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਅੱਜ ਆਂਗਣਵਾੜੀ ਵਰਕਰਾਂ ਨੇ ਵੀ ਇੱਥੇ ਪ੍ਰੋਟੈਸਟ ਕੀਤਾ ਹੈ। ਹਾਂ ਬਿਲਕੁਲ ਜੀ, ਅੱਜ ਆਂਗਣਵਾੜੀ ਵਾਲਿਆਂ ਦਾ ਵੀ ਚਰਚਾ ਹੋਈ ਹੈ। ਆਂਗਣਵਾੜੀ ਟੀਚਰਸ, तमाम ਲੋਕਾਂ ਦੀ, ਹੋਰ PRTC ਮੁਲਾਜ਼ਮ, ਪਨਬਸ ਦੇ ਮੁਲਾਜ਼ਮ, ਇਹਨਾਂ ਦੀ ਵੀ ਚਰਚਾ ਰੱਖੀ ਗਈ ਹੈ, ਜਿਹਦੇ ਉੱਤੇ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਗੌਰੇ ਨਜ਼ਰ ਹੈ, ਇਹਨਾਂ ਨੂੰ ਅਸੀਂ ਅਗਲੀ ਕੈਬਨਿਟ ਦੇ ਵਿੱਚ ਤੁਸੀਂ ਲਿਆਂਦਾ ਜਾਵੇ ਔਰ ਮੇਰਾ ਖਿਆਲ ਸਰਕਾਰ ਪੁਖਤਾ ਪ੍ਰਬੰਧ ਕਰਕੇ ਕੁਝ ਲੋਕਾਂ ਦੇ ਮਸਲੇ, ਕੁਝ ਜਿਵੇਂ ਉਹਨਾਂ ਨੇ ਮੈਨੂੰ PRTC ਤੇ ਪਨਬਸ ਦੀ ਗੱਲ ਕੀਤੀ ਹੈ, ਹੱਲ ਹੋ ਜਾਣਗੇ, ਮੈਨੂੰ ਉਮੀਦ ਹੈ। ਉਧਰ ਰੋਪੜ ਦੇ ਵਿੱਚ ਸੁਖਵੀਰ ਬਾਦਲ ਵੱਲੋਂ ਵੀ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਇਸ ਰੈਲੀ ਦੇ ਵਿੱਚ ਲੋਕਾਂ ਦਾ ਭਰਵਾਂ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਦੇ ਉੱਪਰ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ, ਉਹ ਸਕੀਮਾਂ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ। ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤੀ ਗਈ ਸੀ ਅਤੇ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ। ਮੇਰੀ ਸੋਚ ਸੀ ਕਿ ਤੁਹਾਨੂੰ ਆਪਣੇ ਘਰ 'ਚ ਹੀ ਸਾਰੀਆਂ ਚੀਜ਼ਾਂ ਮਿਲ ਜਾਣ। ਮੈਂ ਸੇਵਾ ਕੇਂਦਰ ਖੋਲੇ, ਜਦੋਂ ਸਰਕਾਰ ਬਣੀ ਇਹਨਾਂ ਦੀ ਤੇ ਬੰਦ ਕਰ ਦਿੱਤੇ। ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਕਿ ਆਮ ਗਰੀਬ ਨੂੰ ਮੌਕਾ ਨਹੀਂ ਮਿਲਦਾ ਆਪਣੇ ਪਵਿੱਤਰ ਸਥਾਨਾਂ ਜਾ ਕੇ, ਉੱਥੇ ਜਾ ਕੇ ਮੱਥਾ ਟੇਕਣ ਦਾ। ਸੋ ਮੁੱਖ ਮੰਤਰੀ ਬਾਦਲ ਸਾਹਿਬ ਨੇ ਸੋਚਿਆ ਕਿ ਮੈਂ ਚਾਹਣਾ ਕਿ ਮੇਰੇ ਪੰਜਾਬ ਵਿੱਚ ਘੱਟ ਤੋਂ ਘੱਟ ਹਰ ਇਨਸਾਨ ਆਪਣੇ ਆਪਣੇ ਤੀਰਥ ਜਾ ਸਕੇ, ਤੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ। ਇਹਨਾਂ ਨੇ ਅਨੁਸਾਰ ਬੰਦ ਕਰ ਦਿੱਤੀ। ਅਸੀਂ ਨੌਜਵਾਨਾਂ ਨੂੰ ਜਿਮ, ਖੇਡਾਂ ਦਾ ਸਮਾਨ ਵੰਡਦੇ ਸੀ, ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਤਰਫ ਲਾਉਂਦੇ ਸੀ, ਪਰ ਇਹਨਾਂ ਨੇ ਅਨੁਸਾਰ ਬੰਦ ਕਰ ਦਿੱਤਾ। ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਹਰ ਸਾਲ। ਮਤਲਬ ਕੀ ਸੀ ਕਿ ਆਪਣੀ ਮਾਂ ਖੇਡ ਨੂੰ ਦੁਨੀਆ ਦੇ ਕੋਨੇ ਪਹੁੰਚਾਈਏ, ਤੇ ਆਪਣੇ ਨੌਜਵਾਨਾਂ ਵਿੱਚ ਬੜਾ ਜੋਸ਼ ਹੋ ਗਿਆ ਸੀ। ਲੋਕੀ ਖੇਡ ਲੱਗ ਗਏ ਸੀ, ਉਹਨਾਂ ਨੌਕਰੀਆਂ ਮਿਲਣ ਲੱਗ ਗਈਆਂ ਸੀ, ਪੈਸੇ ਕਮਾਉਣ ਲੱਗ ਗਏ ਸੀ, ਇੱਕ ਨੌਜਵਾਨੀ ਵਿੱਚ ਜੋਸ਼ ਆ ਗਿਆ ਸੀ। ਇਹਨਾਂ ਨੇ ਬੰਦ ਕਰ ਦਿੱਤਾ। ਅਸੀਂ SC ਭਾਈਚਾਰੇ ਦੇ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ ਸੀ ਕਿ ਗਰੀਬ ਵਿਚਾਰੇ ਕਾਲਜਾਂ ਜਾ ਕੇ ਪੜ੍ਹ ਲੈਣ। 4.5 ਲੱਖ SC ਬੱਚੇ ਅਸੀਂ ਮੁਫਤ ਪੜਾਉਂਦੇ ਸੀ, ਪਰ ਕੈਪਟਨ ਦੀ ਸਰਕਾਰ ਆਉਣ ਤੇ ਬੰਦ ਕਰ ਦਿੱਤਾ। ਦੇਖੋ ਕਿੰਨਾ ਵੱਡਾ ਪਾਪ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਲਗਾਤਾਰ ਰੇਤੇ ਦੀਆਂ ਖੱਡਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਸਿਆਸੀ ਘਿਰਾਓ ਕਰ ਰਹੇ ਨੇ। ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰਾਘਵ ਚੱਡਾ ਨੇ CM ਚੰਨੀ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ CM ਨੂੰ ਪਤਾ ਹੈ ਕਿ ਕਿੱਥੇ ਰੇਤੇ ਦੀਆਂ ਨਾਜਾਇਜ਼ ਖੱਡਾਂ ਚੱਲ ਰਹੀਆਂ ਨੇ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਆਖਰ CM ਕਿਉਂ ਰੇਤੇ ਦੀ ਨਾਜਾਇਜ਼ ਖੁਦਾਈ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ। ਉਹਨਾਂ ਕਿਹਾ ਕਿ CM इस मामले ਦੇ ਵਿੱਚ ਸਿਰਫ सियासी ड्रामेबाजी कर रहे हैं। चरणजीत सिंह चन्नी साहब ने एक ऐलान किया कल, और उन्होंने कहा कि पंजाब सूबे में हो रही इलीगल सैंड माइनिंग यानी कि नजायज रेते की चोरी, रेते की माइनिंग के बारे में जो भी शख्स पंजाब सरकार को सबूत देगा या इंफॉर्मेशन देगा, जानकारी देगा, उसे 25,000 रुपए का इनाम दिया जाएगा। मैं चन्नी साहब को कहना चाहता हूं, चन्नी साहब, आपके खुद के हलके में, आपके खुद के असेंबली कंस्टिट्यूएंसी में, श्री चमकौर साहब में जगह जगह इलीगल सैंड माइनिंग हो रही है, नजायज रेते की चोरी हो रही है। आपने आज तक अपने हलके में चल रही नजायज रेता माइनिंग पर कोई कार्रवाई नहीं करी, कोई एक्शन नहीं लिया। आज आप लोगों से सबूत चाहते हैं कहां कहां रेता माइनिंग हो रही है, कि वो आकर आपको जानकारी दें कि सैंड माफिया कहां कहां है। एक मुख्यमंत्री को, अपने सूबे के मुख्यमंत्री को सारी जानकारी होती है कि सूबे में कहां कहां रेते की चोरी हो रही है, कहां कहां नाजायज सैंड माइनिंग हो रही है, और आप लोगों को बेवकूफ बनाने के लिए ये 25,000 रुपए का इनाम की अनाउंसमेंट करते हैं। ये ड्रामेबाजी चन्नी साहब बंद करें। आप चाहें तो 5 मिनट में पंजाब सरकार के सारे अफसर, DC से लेकर नीचे तक सारे SSP, सब लोग आपको 5 मिनट में जानकारी दे सकते हैं कि पूरे पंजाब में कहां कहां
इलीगल सैंड माइनिंग चल रही है। ਉਧਰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਘੱਟ ਗਿਣਤੀਆਂ ਦੀ ਸਥਿਤੀ ਚਿੰਤਾਜਨਕ ਹੈ। 10 ਹੋਰ ਭਾਰਤੀ ਨਾਗਰਿਕਾਂ ਅਤੇ 94 ਅਫਗਾਨ ਨਾਗਰਿਕਾਂ ਨੂੰ ਇੱਕ ਹਵਾਈ ਜਹਾਜ਼ ਦੇ ਜ਼ਰੀਏ ਭਾਰਤ ਲਿਆਂਦਾ ਗਿਆ ਹੈ। ਇਸ ਹਵਾਈ ਜਹਾਜ਼ ਦੇ ਵਿੱਚ ਕਈ ਧਾਰਮਿਕ ਗ੍ਰੰਥਾਂ ਨੂੰ ਵੀ ਪੂਰੇ ਧਾਰਮਿਕ ਸਤਿਕਾਰ ਦੇ ਨਾਲ ਭਾਰਤ ਲਿਆਂਦਾ ਗਿਆ। आज हम सब के लिए बहुत ही खुशी का विषय है कि भारत सरकार के प्रयास से जो हमारे भारतीय नागरिक और हमारे अफ़गानी भाई बहन जो भारत आना चाहते थे, उनको भारत सरकार की स्वीकृति के माध्यम से यहाँ आने का सौभाग्य प्राप्त हुआ, जिनको हम सब लोगों ने यहाँ पर उनका स्वागत भी किया और उनको यहाँ पर आने पर उनका आमंत्रण पर जो वो आए तो उनका स्वागत किया गया। हमारे साथ हमारे भारत सरकार में मंत्री श्री हरदीप पुरी जी भी थे, हमारे आदेश गुप्ता जी जो भारतीय जनता पार्टी दिल्ली प्रदेश के अध्यक्ष हैं वो भी थे, हमारे सिरसा साहब भी थे। हम सब लोगों ने मिल कर के उनका स्वागत किया। ये भारत की विचारधारा जो वसुधैव कुटुंबकम, दुनिया एक परिवार है और सबको आदरपूर्वक अपने धर्म के साथ जीने का अधिकार है, इस विचार को लेकर के भारत की मानसिकता है और भारत सरकार इसको आगे बढ़ाती है आदरणीय प्रधानमंत्री मोदी जी के नेतृत्व में। तो वो सब लोग जो आए हैं उनको भारत भूमि उनके धर्म के साथ और उनकी जो आस्थाएं हैं उनका आदर करते हुए इस पवित्र भूमि पर उनको हम आमंत्रित भी करते हैं और उनका हम स्वागत भी करते हैं। तो सब तो पहला मैं सारी संगत ਨੂੰ बहुत ਵਧਾਈ ਦਿੰਦਾ ਹਾਂ, ਕਿਉਂਕਿ ਮੈਂ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸੇ ਤਰੀਕੇ ਇਹਨਾਂ ਪਰਿਵਾਰਾਂ ਨੂੰ ਲਿਆਂਦਾ ਜਾਵੇ। ਤੁਹਾਨੂੰ ਯਾਦ ਹੋਵੇ ਜਦੋਂ ਮੈਂ ਪਿਛਲੀ ਵਾਰ ਐਡਰੈਸ ਕੀਤਾ ਸੀ ਔਰ ਮੈਂ ਦੱਸਿਆ ਸੀ ਕਿ ਮੈਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲਿਆ ਔਰ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਈ ਵੀਜ਼ਾ ਦੇ ਦਿਓ, ਇਹ ਕਿਸੇ ਤਰੀਕੇ ਭਾਰਤ ਫਲਾਈਟ ਲੈ ਕੇ ਆ ਜਾਣਗੇ ਜਾਂ ਪਾਕਿਸਤਾਨ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਚੱਲ ਕੇ। ਤੇ ਉਹਨਾਂ ਕਿਹਾ ਕਿ ਨਹੀਂ, ਆਪਾਂ ਵੀਜ਼ਾ ਨਹੀਂ, ਉਹਨਾਂ ਨੂੰ ਸੁਰੱਖਿਅਤ ਲੈ ਕੇ ਆਵਾਂਗੇ। ਤੇ ਮੈਂ ਉਹਨੂੰ ਕਿਹਾ ਸੀ ਅਗਰ ਇਹ ਹੋ ਜਾਏ ਤੇ ਹੋਰ ਕੀ ਚਾਹੀਦਾ ਹੈ। ਸੋ ਮੈਂ ਅੱਜ ਧੰਨਵਾਦ ਕਰਦਾ ਕਿ ਉਹ ਦਿਨ ਦੇਖਣ ਨੂੰ ਮਿਲਿਆ, ਉਹਨੂੰ ਬੂਰ ਪਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਔਰ ਇੱਕ ਗੁਰੂ ਸਾਹਿਬ ਦੇ ਇੱਕ ਪੋਥੀ ਜਿਹੜੀ ਹੱਥ ਲਿਖਤ ਹੈ ਔਰ ਮੇਰਾ ਖਿਆਲ ਹੈ ਕੋਈ 300-350 ਸਾਲ ਪੁਰਾਣੀ ਹੈ, ਦੱਸ ਰਹੇ ਨੇ, ਉੱਥੇ ਅਫਗਾਨਿਸਤਾਨ ਸੀਗੀ। ਮੈਂ ਉਹਦੀ ਵੀਡੀਓ ਵੀ ਥੋੜ੍ਹੀ ਜਿਹੀ ਸ਼ੇਅਰ ਕਰੂੰਗਾ। ਸੋ ਉਹ ਵੀ ਨਾਲ ਲੈ ਕੇ ਆਏ ਨੇ। ਸੋ ਮੈਂ ਸਮਝਦਾ ਕਿ ਇਹ ਬਹੁਤ ਹੀ ਅਦਭੁਤ ਇੱਕ ਜਿਹੜਾ ਨਜ਼ਾਰਾ ਸੀ ਜਦੋਂ ਐਸੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸੰਗਤਾਂ ਦਾ ਜਿਹੜਾ ਆਗਮਨ ਹੋਇਆ ਔਰ ਖੁਸ਼ੀ ਉਹਨਾਂ ਦੇ ਚਿਹਰੇ ਤੇ ਝਲਕ ਰਹੀ ਸੀ ਕਿ ਹੁਣ ਅਸੀਂ ਸੁਰੱਖਿਅਤ ਹਾਂ। ਸੋ ਮੈਂ ਭਾਰਤ ਸਰਕਾਰ ਦਾ, ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਔਰ JP ਨੱਡਾ ਜੀ ਦਾ, ਜਿਨ੍ਹਾਂ ਨੇ ਖੁਦ ਆ ਕੇ ਇੱਥੇ ਸੇਵਾ ਨਿਭਾਈ ਹੈ। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।